ओ देश मालवे जाना तंगा प्यार दिया, देश मालवे जाना तंगा प्यार दिया, तंगा प्यार दिया। देश मालवे जाना तंगा प्यार दिया, देश मालवे जाना तंगा प्यार दिया, देश मालवे जाना तंगा प्यार दिया। 12 साल तो करन उड़ीका, 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 12 साल तो करन उड़ीका। साध साधना कर दे तंगा प्रेम दिया, देश मालवे जाना तंगा प्यार 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 दिया। सत्कार जो गुरां की साजी समाजी साध संगत जी, ਅੰਮ੍ਰਿਤ ਵੇਲੇ ਦੇ ਸਮੇਂ ਨੂੰ ਮੁੱਖ ਰੱਖਦਿਆਂ ਗੁਰੂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਨਿੱਘੀ ਗੋਤ, ਸੱਚੀ ਤੇ ਸੁੱਚੀ ਹਜ਼ੂਰੀ, ਹਰ ਸੱਚਾ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰ ਸਿਮਰ ਮਨਾਈ ਕਾਲ ਕਾ ਖੰਡੇ ਕੀ ਵੇਲਾ, ਪੀਵੋ ਪੌਲ ਖੰਡ ਧਾਰ ਹੋਏ ਜਨਮ ਸਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਜੀ ਦਾ 400 ਸਾਲਾ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਆਗਮਨ ਪੁਰਬ ਚੱਲ ਰਿਹਾ ਹੈ। ਸੰਗਤਾਂ ਬੜੀ ਤਵੱਜੋ ਦੇ ਨਾਲ ਮਨਾ ਰਹੀਆਂ। ਆਪਣੇ ਆਪਣੇ ਗੁਰੂ ਦੀ ਹਾਜ਼ਰੀ ਭਰਨ ਵਾਸਤੇ ਕੋਈ ਕਥਾ ਨਾਲ, ਕੋਈ ਕੀਰਤਨ ਨਾਲ, ਕੋਈ ਗੁਰਬਾਣੀ ਜਪਜੀ ਸਾਹਿਬ ਨਾਲ, ਕੋਈ ਸੁਖਮਨੀ ਸਾਹਿਬ ਦੇ ਜਾਪ ਨਾਲ ਹਾਜ਼ਰੀਆਂ ਭਰ ਭਰ ਕੇ ਆਪਣਾ ਜੀਵਨ ਸਫਲ ਬਣਾਉਂਦੀਆਂ ਨੇ ਸੰਗਤਾਂ। 400 ਸਾਲਾ ਸ਼ਤਾਬਦੀ ਹੈ। ਅੱਗੇ ਸਾਡੇ ਬੱਚਿਆਂ ਨੇ ਜਿਹੜੇ, ਉੱਦਾਂ ਦੇ ਬੱਚਿਆਂ ਨੇ ਕਹਾ 500 ਸਾਲਾ ਵੀ ਵੇਖ ਲੈਣਾ, ਅਸੀਂ ਤਾਂ ਨਹੀਂ ਵੇਖਣਾ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਪੁਰਬ ਪਹਿਲਾਂ ਵੀ ਆਇਆ, 100 ਸਾਲਾ ਵੀ ਆਇਆ ਹੋਣਾ, 200 ਸਾਲਾ, 300 ਸਾਲਾ, ਤੇ ਸਾਡੇ ਜੀਵਨ ਵਿੱਚ 400 ਸਾਲਾ ਆਇਆ ਹੈ। ਨਗਰ ਕੀਰਤਨ ਚੱਲ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਗੁਰੂ ਜੀ ਦਾ ਪਾਵਨ ਪਿੱਤਰ ਪ੍ਰਕਾਸ਼ ਪੁਰਬ ਹੋਇਆ ਅੰਮ੍ਰਿਤਸਰ ਦੀ ਧਰਤੀ ਤੋਂ, ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਗੁਰੂ ਨਾਨਕ ਦੇ ਘਰ ਦੇ ਵਿੱਚ ਸਭ ਤੋਂ ਛੋਟੇ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੇ ਵੱਡੇ ਹੋ ਕੇ ਫਿਰ ਤੇਗ ਦੇ ਇਹੋ ਜਿਹੇ ਜੌਹਰ ਵਿਖਾਏ, ਜਿਨ੍ਹਾਂ ਨੂੰ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਤਿਆਗ ਮਲ ਨਾਂ ਰੱਖਿਆ। ਤੇਗ ਦੇ ਜੌਹਰ ਵੇਖ ਕੇ ਤੇਗ ਬਹਾਦਰ ਨਾਂ ਰੱਖ ਦਿੱਤਾ। ਇਹ ਬੜਾ ਇੱਕ ਬਹਾਦਰ ਹੈ। ਇਸ ਕਰਕੇ ਉਹਨਾਂ ਗੁਰੂਆਂ ਦਾ ਆਗਮਨ ਪੁਰਬ ਹੈ। ਤੇ ਦੂਸਰੇ ਪਾਸੇ ਉਹ ਮਾਲਵੇ ਦੇਸ਼ ਦੀ ਜਿਹੜਾ ਪ੍ਰਸਿੱਧ ਮਾਲਵਾ ਹੈ, ਭਾਵੇਂ ਮਾਲਵੇ ਨੂੰ ਵੀ ਦਾਗ ਲੱਗ ਗਿਆ ਸੀ, ਮਾਝੇ ਨੂੰ ਜਿਵੇਂ ਦਾਗ ਲੱਗਿਆ, ਇਸੇ ਤਰ੍ਹਾਂ ਮਾਲਵੇ ਦੀ ਧਰਤੀ ਨੂੰ ਵੀ ਲੱਗ ਗਿਆ ਸੀ।
ਪਰ ਥੋੜੇ ਸਿੱਖ ਸੀ ਜਿਨ੍ਹਾਂ ਨੇ ਦਾਗ ਧੋਤਾ। ਮਾਲਵੇ ਦੀ ਧਰਤੀ ਵਿੱਚ ਉਹਨਾਂ ਬਰਾੜਾਂ ਨੇ ਸਿੱਖੀ ਦਾ ਬੂਟਾ ਪੱਟ ਦਿੱਤਾ ਸੀ ਤੇ ਧੰਨ ਸੀ ਭਾਈ ਸਾਹਿਬ ਭਾਈ ਦਾਨ ਸਿੰਘ ਜੀ ਨੇ ਜਿਹੜਾ ਫਿਰ ਲਾ ਲਿਆ ਬੂਟਾ ਦੁਆਰੇ। ਬਖਸ਼ਿਸ਼ਾਂ ਬੜੀਆਂ ਲਈਆਂ ਭਾਈ ਡੱਲ ਸਿੰਘ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਦੀਆਂ ਇੰਨੀਆਂ ਕੁ ਬਖਸ਼ਿਸ਼ਾਂ ਲਈਆਂ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਕਹਿੰਦੇ ਜਿੱਥੇ ਰਾਤ ਨੂੰ 25 ਸਿੱਖ ਖੜ ਕੇ ਮਹਾਰਾਜ ਦੇ ਤੰਬੂ ਦਾ ਪਹਿਰਾ ਦਿੰਦੇ ਸੀ, 25 ਨੂੰ ਕਹਿ ਦਿੰਦਾ ਸੀ ਤੁਸੀਂ ਆਰਾਮ ਕਰ ਲਓ, ਮੈਂ ਇਕੱਲਾ ਹੀ ਵਾਧੂ ਹਾਂ। 25 ਬੰਦਿਆਂ ਦੀ ਥਾਂ ਤੇ ਇਕੱਲਾ ਭਾਈ ਡੱਲ ਸਿੰਘ ਮਹਾਰਾਜ ਦੇ ਇੱਕ ਤੰਬੂ ਦੇ ਆਲੇ ਦੁਆਲੇ ਰਾਤ ਨੂੰ ਸ੍ਰੀ ਸਾਹਿਬ ਹੱਥ ਵਿੱਚ ਫੜ ਕੇ ਸਾਰੀ ਰਾਤ ਮਹਾਰਾਜ ਦੇ ਪਹਿਰਾ ਦਿੰਦਾ ਤੇ ਨਾਲ ਭਾਵਨਾ ਅਨੁਸਾਰ ਨਮਸਕਾਰਾਂ ਵੀ ਕਰਦਾ। ਉਹ ਧੰਨ ਹੈ ਮੈਂ ਗੁਰੂ ਦੀਆਂ, ਗੁਰੂ ਦੇ ਤੰਬੂ ਦੇ ਆਲੇ ਦੁਆਲੇ ਜਿਹੜਾ ਉਹ ਪਰਿਕਰਮਾ ਕਰ ਰਿਹਾ ਹਾਂ। ਜਦੋਂ ਫਿਰ ਬਰਾੜਾ ਨੇ ਕਿਹਾ ਸਾਡੀਆਂ ਤਨਖਾਹਾਂ ਦਿਓ, ਮਰਜ਼ ਕਹਿਣ ਲੱਗੇ ਲੈ ਜਾਓ ਆਪਦੀਆਂ ਤਨਖਾਹਾਂ। ਮਾਲਵੇ ਦੀ ਧਰਤੀ ਦੀ ਗੱਲ ਕਰਦੇ ਹਾਂ। ਭਾਈ ਦਾਨ ਸਿੰਘ ਕਹਿਣ ਲੱਗਿਆ ਮੈਨੂੰ ਨਹੀਂ ਲੋੜ ਪੈਸਿਆਂ ਦੀ, ਮੈਨੂੰ ਸਿੱਖੀ ਦੀ ਦਾਤ ਦੇ ਦਿਓ। 1 ਵਾਰੀ 2 ਵਾਰੀ 3 ਵਾਰੀ 3 ਵਾਰੀ ਅਸੀਂ ਕਹਿ ਦਿੱਤਾ ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਸਿੱਖੀ ਦਾ ਦਾਗ ਜਿਹੜਾ ਉਹ ਜਾਗ ਲੱਗ ਗਿਆ। ਸਿੱਖੀ ਰਹਿ ਗਈ ਸਾਡੀ ਮਾਲਵੇ ਦੀ ਧਰਤੀ ਦੇ ਵਿੱਚ। ਅੱਗੇ ਫਿਰ ਭਾਈ ਡੱਲਾ ਜਦੋਂ ਮਹਾਰਾਜ ਜੀ ਨੰਦੇੜ ਨੂੰ ਤਿਆਰ ਹੋ ਗਏ, ਚਲੋ ਮਹਾਰਾਸ਼ਟਰ ਨੂੰ ਚੱਲੀਏ। ਡੱਲਾ ਤਿਆਰ ਹੋ ਗਿਆ ਨਾਲ ਮਹਾਰਾਜ ਜੀ ਦੇ, ਚਲੋ ਮਹਾਰਾਜ ਮੈਂ ਵੀ ਚੱਲਦਾ। 2 ਕੰਗਣ ਸੋਨੇ ਦੇ ਕੜੇ ਬੜੇ ਕੀਮਤੀ ਮਹਿੰਗੇ ਹੱਥਾਂ ਵਿੱਚ ਪਾਏ ਹੋਏ ਸੀ, ਉਹ ਵੀ ਮਹਾਰਾਜ ਨੂੰ ਅਰਪਣ ਕਰ ਦਿੱਤੇ। ਤੇ 2 ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਭਾਈ ਰੂਪੇ ਕੀ ਕੁੱਲੀ ਮੈਂ ਇੱਕ ਗੁੱਦੜ ਹੋਇਓ। ਉਹਨਾਂ ਦੀ ਅੰਸ਼ਬੰਦ ਦੇ ਵਿੱਚ 2 ਮਿਸਤਰੀ ਸਿੰਘ ਮਹਾਰਾਜ ਦੇ ਨਾਲ ਰਹਿੰਦੇ ਸੀ। ਉਹਨਾਂ ਦਾ ਐਡਾ ਵੱਡਾ ਪਲਣ ਸੀ ਜਿੱਥੇ ਸਤਿਗੁਰੂ ਜੀ ਨੇ ਅੱਗੇ ਜਾ ਕੇ ਤੰਬੂ ਲਾਉਣਾ ਹੁੰਦਾ, ਆਸਣ ਲਾਉਣਾ ਹੁੰਦਾ ਆਪਣਾ ਨਾ, ਉਦੋਂ ਪਹਿਲਾਂ ਚਲੇ ਜਾਂਦੇ। ਉਹਨਾਂ ਨੇ ਜਾ ਕੇ ਨਵਾਂ ਬੈੱਡ ਤਿਆਰ ਕਰਨਾ ਜਿਹਦੇ ਉੱਤੇ ਮਹਾਰਾਜ ਨੇ ਆਰਾਮ ਕਰਨਾ। ਜੰਗਲ ਦਾ ਇਲਾਕਾ ਆਉਣਾ, ਲੱਕੜਾਂ ਵੱਢ ਲਿਆਉਣੀਆਂ, ਉਹਨਾਂ ਲੱਕੜਾਂ ਨੂੰ ਸੈੱਟ ਕਰਕੇ ਨਵਾਂ ਪਲੰਗਾ ਲਾਉਣਾ ਜਿਹਦੇ ਮਹਾਰਾਜ ਇੱਕ ਵਾਰੀ ਬੈਠ ਗਏ ਉਹ ਪਲੰਗੇ ਤੇ ਦੁਬਾਰੇ ਨਹੀਂ ਸੀ ਬੈਠਣ ਦਿੰਦੇ। ਕਹਿਣ ਤੋਂ ਭਾਵ ਇਹ ਮਾਲਵੇ ਦੀ ਧਰਤੀ ਦੀ ਗੱਲ ਹੈ। ਡੱਲਾ ਥੋੜੀ ਦੂਰ ਨਾਲ ਗਿਆ, ਫਿਰ ਮੋਹ ਮਮਤਾ ਜਾਗ ਪਈ ਪਿਛਲੀ ਕਰਦੀ। ਜਦੋਂ ਮੋਹ ਮਮਤਾ ਜਾਗ ਪਈ ਫਿਰ ਦੱਸ ਕੇ ਵੀ ਨਹੀਂ ਆਇਆ ਡੱਲਾ ਤੇ ਉਹਦੇ ਸਰਦਾਰ। ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਛੱਡ ਕੇ ਫਿਰ ਇਸ ਧਰਤੀ ਦੇ ਉੱਤੇ ਆ ਗਿਆ ਸੀ। ਭਾਵ ਕਹਿਣ ਤੋਂ ਜਿੱਥੇ ਰੱਜ ਰੱਜ ਕੇ ਬਰ ਵੀ ਦਿੱਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ, ਪਰ ਡੱਲੇ ਨੂੰ ਕੋਈ ਸ਼ਰਾਪ ਨਹੀਂ ਦਿੱਤਾ ਵੀ ਸਾਡੇ ਕੋਲੋਂ ਕਿਉਂ ਚਲਿਆ ਗਿਆ। ਕਿਉਂ? ਕਿਉਂਕਿ ਉਹਦੇ ਇਲਾਕੇ ਦੇ ਵਿੱਚ ਮਹਾਰਾਜ ਜੀ ਰਹੇ, ਉਹਨੇ ਸੇਵਾ ਬੜੀ ਕੀਤੀ। ਇਸ ਕਰਕੇ ਧੰਨ 10ਵੇਂ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਅੱਜ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਜੋ ਜਗਾ ਰਹੇ ਨੇ, ਆਪਣੇ ਖਿਆਲਾਂ ਨੂੰ ਉੱਥੇ ਜੋੜਿਓ। ਸਮਾਂ ਥੋੜਾ ਹੁੰਦਾ ਹੈ ਤੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਜੋਤ ਜਗਾਉਂਦੇ ਨੇ, ਪਿਤਾ ਭਾਈ ਵਿਸ਼ੰਬਰ ਨਾਥ ਜੀ ਉਜੈਨ ਦੀ ਧਰਤੀ ਤੋਂ ਰਾਜਸਥਾਨ ਤੋਂ ਆਉਂਦਾ ਹੈ। ਮਹਾਰਾਜ ਦੇ ਆ ਕੇ ਦਰਸ਼ਨ ਕਰਦਾ ਹੈ ਤੇ ਆ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਕੁਝ ਭੇਟਾ ਵੀ ਅਰਪਣ ਕਰਦਾ ਹੈ ਤੇ ਮਹਾਰਾਜ ਜੀ ਖੁਸ਼ੀਆਂ ਦੇ ਬਚਨ ਜਿਹੜੇ ਦਿੰਦੇ ਨੇ, ਖੁਸ਼ੀਆਂ। ਉਧਰੋਂ ਹੁਣ ਬਜ਼ੁਰਗ ਜਿਹੜਾ ਸੀ ਉਹ ਭਾਈ ਵਿਸ਼ੰਬਰ ਨਾਥ ਉਜੈਨ ਦਾ ਬਜ਼ੁਰਗ ਹੋ ਗਿਆ, ਤੁਰ ਨਹੀਂ ਹੁੰਦਾ। ਆਪਣੇ ਪੁੱਤਰ ਨੂੰ ਕਹਿੰਦਾ ਹੁਣ ਤੂੰ ਜਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹਾਜ਼ਰੀ ਲਵਾ ਕੇ ਆਇਆ ਕਰ। ਆ ਕੁਝ ਸਰਫੀਆਂ ਲੈ ਜਾ, ਮੋਹਰਾਂ ਲੈ ਜਾ, ਇਹ ਜਾ ਕੇ ਗੁਰੂ ਜੀ ਨੂੰ ਮੱਥਾ ਟੇਕੀ, ਅਰਪਣ ਕਰੀ, ਤੈਨੂੰ ਖੁਸ਼ੀਆਂ ਦੀਆਂ ਦਾਤਾਂ ਦੇ ਦੇਣਗੇ। ਉਸ ਪੁੱਤਰ ਨੇ ਕਿਹਾ ਪਿਤਾ ਐਡੀ ਦੂਰ ਜਾਊਂਗਾ, ਪਤਾ ਨਹੀਂ ਗੁਰੂ ਕੀ ਦੇਊਗਾ, ਪਤਾ ਨਹੀਂ ਕੁਝ, ਮੈਂ ਤਾਂ ਇੱਥੇ ਹੀ ਲੋਟ ਹੈ ਘਰ ਵਿੱਚ ਹੀ। ਤੂੰ ਪਹਿਲਾਂ ਬਹੁਤ ਵਾਰੀ ਜਾਇਆ, ਹਾਜ਼ਰੀ ਲਵਾਇਆ। ਮਹਾਰਾਜ ਜੀ ਕਹਿੰਦੇ ਬਿਨ ਕਰਮਾਂ ਕੁਛ ਪਾਈਆ, ਨਾ ਹੀ ਜੇਬ ਉਹ ਤੇਰਾ ਧਾਵੇ। ਬਿਨਾਂ ਕਰਮਾਂ ਤੋਂ ਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਅੰਦਰ ਆਉਣਾ ਬਹੁਤ ਔਖਾ ਹੈ, ਮੁਨਾਸਬ ਹੈ।
ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਦੇ ਭਾਗ ਵੱਡੇ ਹਨ ਉਹਦੇ ਭਾਗ ਹਨ ਉਹ ਆ ਕੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਉਹ ਨਮਸਕਾਰਾਂ ਕਰਦੇ ਨੇ, ਮੱਥਾ ਟੇਕਦੇ ਨੇ। ਇਹ ਵੀ ਅੱਜ ਉਹੀ ਪ੍ਰਤੱਖ ਗੁਰੂ ਹੈ, ਪਰ ਸਿੱਖ ਦੀ ਭਾਵਨਾ ਹੈ। ਜੇ ਸਿੱਖ ਦੀ ਭਾਵਨਾ ਹੈ, ਆਨੰਦ ਸਿੰਘ ਬਾਬੇ ਵਰਗਿਆਂ ਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਭੋਗ ਲਵਾਤਾ, ਸਾਹਮਣੇ ਪ੍ਰਤੱਖ ਭੋਜਨ ਛਕਾ ਦਿੱਤਾ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਿੱਖਾ ਜੇ ਤੇਰੀ ਭਾਵਨਾ ਫਿਰ ਤੇਰੇ ਕਾਰਜ ਵੀ ਦਾਤਾ ਸਵਾਰੂਗਾ। ਜਦੋਂ ਭਾਵਨਾ ਟੁੱਟ ਗਈ ਵੀ ਚਲੋ ਕੋਈ ਨਹੀਂ ਹੁਣ ਫੇਰ ਦੇਖਿਆ ਕਰਾਂਗੇ, ਫੇਰ ਜਾਇਆ ਕਰਾਂਗੇ, ਫਿਰ ਦਾਤਾ ਕਹਿੰਦਾ ਕੋਈ ਨਹੀਂ ਤੇਰੇ ਕਾਰਜ ਵੀ ਕਿਤੇ ਫੇਰ ਹੀ ਸਵਾਰ ਦਿਆ ਕਰਾਂਗੇ। ਜਦੋਂ ਤੂੰ ਆਏਗਾ ਨਾ ਫਿਰ ਤੇਰੇ ਕਾਰਜ ਸਫਰ ਜਾ ਕਰਨਗੇ। ਹੁਣ ਤੂੰ ਜਦੋਂ ਮੁੱਖ ਮੋੜ ਗਿਆ ਫਿਰ ਰੱਬ ਵੀ ਮੁੱਖ ਮੋੜ ਲੈਣ। ਜਿੱਦੇ ਪਰਮਾਤਮਾ ਨੇ ਮੁੱਖ ਮੋੜ ਲਿਆ ਉਹਦੇ ਫਿਰ ਮਨੁੱਖ ਮਿੰਨਤਾਂ ਕਰੂਗਾ, ਉਹਦੇ ਤਾਂ ਫਿਰ ਚਾਰ ਜਾਣੇ ਚੱਕ ਕੇ ਲੈ ਕੇ ਜਾਣਗੇ ਜਿੱਦੇ ਰੱਬ ਨੇ ਮੁੱਖ ਮੋੜ ਲਿਆ। ਪਰ ਗੁਰੂ ਤੋਂ ਬੇਮੁਖ ਹੋਣ ਦਾ ਸਭ ਤੋਂ ਵੱਡਾ ਇੱਕ ਧੱਬਾ ਮੈਂ ਇੱਥੋਂ ਹੀ ਸ਼ੁਰੂ ਕੀਤੀ ਹੈ ਵਿਚਾਰ। ਭਾਈ ਮਹਾਂ ਸਿੰਘ ਨੇ ਤੋੜ ਦਿੱਤੀ, ਦੇਖੋ ਫਿਰ ਭਾਈ ਮਹਾਂ ਸਿੰਘ ਦਾ ਕੀ ਹਾਲ ਹੋਇਆ। ਇਸ ਕਰਕੇ ਸਤਿਗੁਰੂ ਜੀ ਦੀ ਨਾਲ ਪ੍ਰੀਤ ਲਾ ਲਈ ਜਿਨ੍ਹਾਂ ਨੇ, ਸਾਚੀ ਪ੍ਰੀਤ ਹਮ ਤੁਮ ਸਿਓ ਜੋੜੀ, ਤੁਮ ਸੰਗ ਜੋੜ ਅਵਰ ਸੰਗ ਤੋੜੀ। ਜਿਨ੍ਹਾਂ ਨੇ ਪ੍ਰੀਤ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਪਾ ਲਈ, ਮਹਾਰਾਜ ਜੀ ਕਹਿਣ ਲੱਗੇ ਉਹ ਹੋਰ ਫਿਰ ਝੂਠੀਆਂ ਪ੍ਰੀਤਾਂ ਤੋਂ ਜਿਹੜੇ ਆ ਨਾ ਉਹ ਪਰਾਂ ਦੂਰ ਰਹਿੰਦੇ ਨੇ। ਇਸ ਕਰਕੇ ਪਰਮਾਤਮਾ ਨਾਲ ਪ੍ਰੀਤ ਪਾ ਲਈ। ਭਾਈ ਵਿਸੰਬਰਨਾਥ ਹੋ ਜੈਨ ਦੇ ਰਹਿਣ ਵਾਲੇ ਨੇ। ਹੁਣ ਪੁੱਤਰ ਜਿਹੜਾ ਉਹ ਨਾਸਤਕ ਖਿਆਲਾਂ ਦਾ, ਉਹ ਕਹਿੰਦਾ ਦੇਖੀ ਜਾਊਗੀ, ਤੂੰ ਜਾਇਆ ਪਿਤਾ ਮੈਂ ਨਹੀਂ ਜਾਂਦਾ। ਪਿਤਾ ਕਹਿੰਦਾ ਬੁਢਾਪਾ ਆ ਗਿਆ, ਜਰਿਆਈ ਜੋਬਨ ਹਾਰਿਆ। ਉਹ ਪੁੱਤਰਾ ਹੁਣ ਤੂੰ ਜਾ ਕੇ ਆ, ਮੇਰੇ ਵਾਲੀ ਜ਼ਿੰਮੇਵਾਰੀ ਦਾ ਭਾਰ ਤੇਰੇ ਮੋਢਿਆਂ ਉੱਤੇ ਆ ਜਾਣਾ। ਤੂੰ ਜਾ ਤਾਂ ਸਹੀ ਗੁਰੂ ਕੋਲੇ। ਜਦੋਂ ਤੂੰ ਗੁਰੂ ਕੋਲੇ ਗਿਆ ਫਿਰ ਗੁਰੂ ਕਰੂਗਾ ਕੀ? ਗੁਰੂ ਤੈਨੂੰ ਖੁਸ਼ੀਆਂ ਦੇ ਦੂਗਾ ਜਿਹੜੀਆਂ ਤੈਥੋਂ ਮੁੱਕਣੀਆਂ ਨਹੀਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਉਹ ਕਦੋਂ ਦੇਊਗਾ ਗੁਰੂ? ਲੱਖਾਂ ਖੁਸ਼ੀਆਂ ਤੇ ਲੱਖਾਂ ਹੀ ਪਾਤਸ਼ਾਹੀਆਂ। ਜੇ ਸਤਿਗੁਰ ਮੇਰਾ ਨਦਰ ਕਰੇ, ਲੱਖਾਂ ਖੁਸ਼ੀਆਂ ਤੇ ਲੱਖਾਂ ਹੀ ਪਾਤਸ਼ਾਹੀਆਂ। ਜੇ ਸਤਿਗੁਰ ਮੇਰਾ ਨਦਰ ਕਰੇ, ਲੱਖਾਂ ਖੁਸ਼ੀਆਂ ਲੱਖਾਂ ਪਾਤਸ਼ਾਹੀਆਂ। ਜੋ ਸਤਿਗੁਰ ਮੇਰਾ ਨਦਰ ਕਰੇ, ਖੁਸ਼ੀਆਂ ਤੇ ਲੱਖਾਂ ਹੀ ਪਾਤਸ਼ਾਹੀਆਂ। ਸਤਿਗੁਰ ਮੇਰਾ ਨਦਰ ਕਰੇ, ਖੁਸ਼ੀਆਂ ਤੇ ਲੱਖਾਂ ਹੀ ਪਾਤਸ਼ਾਹੀਆਂ। ਮੇਰਾ ਨਦਰ ਕਰੇ, ਲੱਖਾਂ ਖੁਸ਼ੀਆਂ ਲੱਖਾਂ ਪਾਤਸ਼ਾਹੀਆਂ। ਸਤਿਗੁਰ ਮੇਰਾ ਨਦਰ ਕਰੇ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਦਰ ਕਰੇ। ਭਾਈ ਸਾਹਿਬ ਭਾਈ ਦਾਨ ਸਿੰਘ ਨੇ ਸਿੱਖੀ ਦੀ ਦਾਤ ਝੋਲੀ ਵਿੱਚ ਪਵਾ ਕੇ ਮਹਾਰਾਜ ਜੀ ਤੋਂ ਜਿਹੜਾ ਨਾ ਉਹ ਸਿੱਖੀ ਦੀ ਦਾਤ ਲੈ ਲਈ ਭਾਈ ਦਾਨ ਸਿੰਘ ਨੇ। ਇੱਧਰ ਪੁੱਤਰ ਦੇ ਮਾੜੇ ਭਾਗ ਨੇ, ਕਰਮ ਮਾੜੇ ਨੇ। ਮਹਾਰਾਜ ਜੀ ਕਹਿੰਦੇ ਜਦੋਂ ਮਾੜੇ ਕਰਮ ਅੱਗੇ ਆ ਜਾਣ ਫਿਰ ਗੁਰੂ ਤੋਂ ਮਨੁੱਖ ਬੇਮੁਖ ਹੋ ਜਾ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨ ਪਾਵੇ। ਅੱਜ ਭਾਈ ਵਿਸੰਬਰਨਾਥ ਦਾ ਪੁੱਤਰ ਕਹਿਣ ਲੱਗਿਆ ਪਿਤਾ ਜੀ ਮੇਰੇ ਕੋਲੇ ਤਾਂ ਟਾਈਮ ਘੱਟ ਹੈ, ਮੈਂ ਨਹੀਂ ਜਾ ਸਕਦਾ ਗੁਰੂ ਕੋਲੇ। ਆਪਣਾ ਘਰ ਦਾ ਕੰਮ ਧੰਦਾ ਚੱਲਦਾ ਹੈ, ਜਾਵਾਂਗੇ ਘੱਟ ਤੋਂ ਘੱਟ 1 ਮਹੀਨਾ ਲੱਗ ਜਾਂਦਾ ਹੈ। ਰਸਤਾ ਬੜੀ ਦੂਰ ਦਾ ਹੈ, ਤੁਰ ਕੇ ਜਾਣਾ ਪੈਂਦਾ ਹੈ। ਤੇ ਪਿਆਰ ਵਿੱਚ ਆ ਕੇ ਭਾਈ ਵਿਸੰਬਰਨਾਥ ਨੇ ਆਖਿਆ ਕੋਈ ਨਹੀਂ, ਮੈਂ ਘਰ ਦੇ ਤੇਰੇ ਕੰਮ ਧੰਦੇ ਸਾਰੇ ਕਰ ਲੂੰਗਾ, ਤੂੰ ਗੁਰੂ ਕੋਲੇ ਜਾ, ਸੰਗ ਦੇ ਨਾਲ, ਸੰਗ ਨੂੰ ਲੈ ਕੇ ਜਾ, ਤੇਰੇ ਨਾਲ ਹੀ ਨੇ ਸੰਗ ਨੇ ਜਾਣਾ ਹੈ।
ਤੇ ਭਾਈ ਵਿਸੰਬਰਨਾਥ ਦਾ ਪੁੱਤਰ ਚਲੋ ਖੈਰ ਕਹਿਣ ਤੇ ਤਿਆਰ ਹੋ ਗਿਆ, ਪਰ ਅੰਦਰੋਂ ਮਨ ਨਹੀਂ ਮੰਨ ਰਿਹਾ ਵੀ ਮੈਂ ਗੁਰੂ ਕੋਲੇ ਜਾਵਾਂ। ਮਨ ਵਿੱਚ ਕੁਝ ਹੋਰ ਹੈ। ਮਹਾਰਾਜ ਜੀ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਆ। ਸੰਗਤ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਜਾ ਰਿਹਾ। ਉਧਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਜੀ ਦੀ ਪਾਵਨ ਪਵਿੱਤਰ ਉਸ ਤਖਤ ਉੱਤੇ ਬੈਠੇ ਨੇ, ਸਿੱਖੀ ਦਾ ਪ੍ਰਚਾਰ ਕਰ ਰਹੇ ਨੇ। ਸੰਗਤਾਂ ਦੂਰ ਦਰਾਡਿਆਂ ਤੋਂ ਆ ਕੇ ਮਹਾਰਾਜ ਦੇ ਦਰਸ਼ਨ ਕਰਦੀਆਂ ਨੇ, ਜਿਸ ਦੀ ਬਾਬਤ ਗੁਰਬਾਣੀ ਵਿੱਚ ਫਰਮਾਨ ਕਰਿਆ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ। ਗੁਰੂ ਜੀ ਤਾਂ ਅੱਜ ਵੀ ਉਹੀ ਨੇ, ਤੇ ਸਾਡਾ ਤਨ ਤੇ ਮਨ ਕਿਉਂ ਬੁੱਝਿਆ ਪਿਆ ਹੈ? ਕਿਉਂਕਿ ਅਸੀਂ ਉਹਨਾਂ ਅਬਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਨਹੀਂ ਲੈਂਦੇ, ਕਿਉਂਕਿ ਮਨੁੱਖ ਉਹਨਾਂ ਚਿਰ ਖੁਸ਼ੀਆਂ ਲੈਂਦਾ ਜਿੰਨਾ ਚਿਰ ਕਹਿੰਦਾ ਮੈਂ ਵਿਹਲਾ ਹੈ। ਹੁਣ ਮੈਂ ਵਿਹਲਾ, ਹੁਣ ਜਾਇਆ ਨਾ ਗੁਰਦੁਆਰੇ, ਫਿਰ ਕੰਮ ਧੰਦਾ ਹੁੰਦਾ ਉਹ ਵੀ ਜ਼ਰੂਰੀ ਕਰਨਾ ਹੈ। ਤੇ ਧੰਨ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਕਹਿਣ ਲੱਗੀ, ਜੇ ਸਰੀਰ ਹੀ ਨਾ ਹੋਇਆ ਫਿਰ ਮਨੁੱਖ ਤੂੰ ਕੰਮ ਕਿੱਥੋਂ ਕਰ ਲੇਗਾ? ਹੁਣ ਦੇਖ ਸਰੀਰ ਦੇਣ ਵਾਲਾ ਕੌਣ ਹੈ? ਮਹਾਰਾਜ ਜੀ ਕਹਿਣ ਲੱਗੇ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਪਰਮਾਤਮਾ ਨੇ ਜੋਤ ਧਰੀ, ਤਾਂ ਤੂੰ ਜਗ ਮੈਂ ਆਇਆ। ਮਹਾਰਾਜ ਜੀ ਕਹਿੰਦੇ ਫੇਰ ਤੇਰੀ ਇਹ ਜਗ ਦੇ ਵਿੱਚ ਉਤਪਤੀ ਹੋਈ ਜਦੋਂ ਤੇਰੀ ਉਸ ਪਰਮਾਤਮਾ ਨੇ ਜੋਤ ਧਰੀ। ਤੇ ਮਹਾਰਾਜ ਜੀ ਕਹਿੰਦੇ ਜੋਤ ਧਰੀ ਤੂੰ ਜਗਤ ਵਿੱਚ ਆ ਗਿਆ, ਜੋਤ ਖਿੰਚੈ ਟਹਿ ਢੇਰੀ ਹੋਏ। ਜੋਤ ਖਿੱਚ ਲਈ, ਫਿਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਸਰੀਰ ਢੇਰੀ ਵੀ ਉਹਦੀ ਹੋ ਜਾਂਦਾ ਹੈ। ਹੁਣ ਦੇਖੋ ਦੋਨੋਂ ਹੀ ਕੰਮ ਪਰਮਾਤਮਾ ਨੇ ਭੇਜਿਆ। ਜਿਨ ਤੁਮ ਭੇਜੇ ਤਿਨੈ ਬੁਲਾਏ, ਸੁਖ ਸਹਿਜ ਛੇਤੀ ਘਰ ਆਓ। ਮਹਾਰਾਜ ਜੀ ਕਹਿੰਦੇ ਭੇਜਣ ਵਾਲਾ ਪਰਮਾਤਮਾ ਹੈ, ਤੇ ਮਨੁੱਖ ਨੇ ਆ ਕੇ ਕੰਮ ਜੋੜ ਕੇ ਦਾਤੇ ਨੂੰ ਭੁੱਲ ਗਿਆ। ਦਾਤ ਪਿਆਰੀ ਵਿਸਰਿਆ ਦਾਤਾਰ। ਇਸ ਕਰਕੇ ਫਿਰ ਬਾਅਦ ਵਿੱਚ ਇਹ ਕਿਹਾ ਜਾਂਦਾ ਨੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਫਿਰ ਕਹਿੰਦੇ ਭੇਜਿਆ ਸੀ, ਚਲੋ ਰੱਬ ਨੇ ਭੇਜਿਆ ਤੇ ਰੱਬ ਲੈ ਗਿਆ। ਤੇਰੇ ਕੰਮ ਤਾਂ ਫਿਰ ਟੁੱਟ ਗਏ ਨਾ ਵਿਚਾਲੇ। ਜੇ ਤੇਰਾ ਜ਼ੋਰ ਹੁੰਦਾ ਫਿਰ ਤੂੰ ਕਹਿ ਦਿੰਦਾ ਪਰਮਾਤਮਾ ਨੂੰ, ਸੱਚੇ ਪਾਤਸ਼ਾਹ ਮੇਰੇ ਕੰਮ ਬੜੇ ਅੜੇ ਪਏ ਨੇ, ਹਜੇ ਨਹੀਂ ਮੈਂ ਜਾਂਦਾ, ਹਜੇ ਤਾਂ ਮੈਂ ਜਿਹੜੇ ਕੰਮ ਧੰਦੇ ਨਿਬੇੜ ਕੇ ਫੇਰ ਹੀ ਜਾਊਂਗਾ। ਤੇ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਦਾਤੇ ਨੂੰ, ਉਸ ਪਰਮਾਤਮਾ ਨੂੰ ਭੁੱਲ ਗਿਆ। ਕਿਹਨੂੰ? ਜਿਹਨੇ ਦਾਤ ਦਿੱਤੀ ਸੀ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਵਸਤ ਪਰਾਈ ਕੋਠ ਰੋਵੈ, ਕਰਮ ਧਰਮ ਸਗਲਾ ਹੀ ਖੋਵੈ। ਮਹਾਰਾਜ ਕਹਿਣ ਲੱਗੇ ਉਸ ਪਰਮਾਤਮਾ ਨੂੰ ਭੁੱਲ ਗਿਆ। ਕਿਹਨੂੰ? ਦੁਹਰਾਇਓ ਪਿਆਰ ਵਿੱਚ, ਪਹਿਲਾਂ ਬੜੀ ਵਾਰੀ ਅਰਜ਼ ਕਰੀ ਹੈ। ਉਹ ਦਾਤੇ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ। ਦਾਤੇ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ। ਦਾਤੇ ਨੂੰ ਭੁੱਲ ਗਿਆ, ਦਾਤਾਂ ਨਾਲ ਪਿਆਰ ਪਾ ਲਿਆ। ਮਹਾਰਾਜ ਜੀ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ। ਇਸ ਕਰਕੇ ਮੈਂ ਅਰਜ਼ ਕਰਦਾ ਜਿਨ ਤੋਂ ਭੇਜੇ ਉਸ ਦਾਤੇ ਨੂੰ ਯਾਦ ਰੱਖਣਾ ਚਾਹੀਦਾ, ਜਿਸ ਦਾਤੇ ਨੇ ਬਿਨਾ ਮੰਗੇ ਇਹ ਕੰਚਨ ਵਰਗੀ ਦਿਉਰੀ ਦੇ ਦਿੱਤੀ। ਜਿਨ੍ਹਾਂ ਨੂੰ ਦਿਉਰੀ ਦਿੱਤੀ ਹੈ ਤੇ ਉਹਦੇ ਵਿੱਚ ਕੋਈ ਫਲਟ ਹੈ, ਉਹਨਾਂ ਨੂੰ ਪੁੱਛ ਕੇ ਵੇਖੋ ਫਿਰ ਕੀ ਕਰ ਲੈਣਗੇ ਮਨੁੱਖ ਦਾ। ਇਸ ਕਰਕੇ ਮਹਾਰਾਜ ਦਾ ਸ਼ੁਕਰ ਕਰਨਾ ਹੀ ਸਭ ਤੋਂ ਵੱਡੀ ਦਾਤ ਹੈ। ਮਹਾਰਾਜ ਜੀ ਨੂੰ ਆ ਕੇ ਕਹਿਣਾ, ਸੱਚਾ ਪਾਤਸ਼ਾਹ ਰਹਿਣ ਵਾਸਤੇ ਮਕਾਨ ਦੇ ਦਿੱਤੇ, ਧੀਆਂ ਪੁੱਤਰ ਦੇ ਦਿੱਤਾ, ਕੰਚਨ ਵਰਗੀ ਦਿਉਰੀ ਦੇ ਦਿੱਤੀ ਤੈਂ। ਤੇ ਉਸ ਦਾਤੇ ਦਾ ਰੋਜ਼ ਦੀ ਰੋਜ਼ ਸ਼ੁਕਰ ਕਰੀ ਜਾਈਏ, ਸੱਚੇ ਪਾਤਸ਼ਾਹ ਤੂੰ ਧੰਨ ਹੈ। ਤੇ ਫਿਰ ਅਗਲੀ ਵਾਰੀ
ਫਿਰ ਉਹ ਦਾਤਾ ਜਿਹੜਾ ਨਾ ਉਹ ਕੰਚਨ ਵਰਗੀ ਦਿਉਰੀ ਦੇ ਦਿੰਦਾ ਹੈ। ਇਸ ਕਰਕੇ ਭਾਈ ਵਿਸੰਬਰਨਾਥ ਦਾ ਪੁੱਤਰ ਤੁਰਤਾ ਪਿਆ, ਪਰ ਮਨ ਵਿੱਚ ਸ਼ੰਕਾ ਹੈ, ਨਹੀਂ ਜਾਣਾ ਮੈਂ। ਉਹ ਮੈਂ ਕੀ ਲੈਣਾ ਕੀ ਹੈ, ਸਾਡੇ ਘਰ ਵਿੱਚ ਸਭ ਕੁਝ ਹੈ ਗੁਰੂ ਦਾ ਦਿੱਤਾ ਹੋਇਆ। ਇੱਥੇ ਘਰ ਬੈਠ ਕੇ ਸ਼ੁਕਰ ਕਰ ਲੈਂਦੇ ਨੇ। ਪਿਤਾ ਨੇ ਕਿਹਾ ਪੁੱਤਰ ਨਹੀਂ, ਹਾਜ਼ਰੀ ਲਵਾਉਣੀ ਚਾਹੀਦੀ ਹੈ ਗੁਰੂ ਦੇ ਚਰਨਾਂ ਵਿੱਚ। ਬਸ ਤੁਰ ਪਿਆ, ਪਰ ਮਨ ਕਿਤੇ ਹੋਰ ਫਿਰਦਾ। ਤੁਰਿਆ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਂਦਾ ਹੈ। ਉਹ ਭਾਈ ਵਿਸੰਬਰਨਾਥ ਦਾ ਪੁੱਤਰ, ਉਜੈਨ ਦੇ ਰਹਿਣ ਵਾਲਾ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਤਖਤਾਂ ਉੱਤੇ ਬੈਠੇ ਨੇ। ਸੰਗਤ ਨੇੜੇ ਪਹੁੰਚੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਆ ਕੇ ਕਈਆਂ ਦੇ ਮਨ ਵਿੱਚ ਆ ਵੀ ਛੇਤੀ ਦੇਣੇ ਅਸੀਂ ਜਾ ਕੇ ਗੁਰੂ ਜੀ ਦੇ ਦਰਸ਼ਨ ਕਰੀਏ। ਕਈਆਂ ਦੇ ਮਨ ਵਿੱਚ ਆ ਵੀ ਚਲੋ ਥੱਕੇ ਹੋਏ ਆ, ਕੁਝ ਨਾ ਕੁਝ ਆਰਾਮ ਕਰ ਲਈਏ। ਕਈਆਂ ਦੇ ਮਨ ਵਿੱਚ ਆ ਵੀ ਅਸੀਂ ਜਾ ਕੇ ਇਸ਼ਨਾਨ ਧਿਆਨ ਕਰਕੇ ਤੇ ਕੁਝ ਨਾ ਕੋਈ ਸਮਾਂ ਬਾਣੀ ਪੜ੍ਹ ਲਾਂਗੇ, ਜਦੋਂ ਗੁਰੂ ਜੀ ਤਖਤਾਂ ਉੱਤੇ ਆਉਣਗੇ ਉਦੋਂ ਅਸੀਂ ਗੁਰੂ ਦੇ ਦਰਸ਼ਨ ਕਰ ਲਾਂਗੇ। ਪਰ ਤਖਤ ਉੱਤੇ ਬੈਠੇ ਨੇ ਮਹਾਰਾਜ। ਸੰਗਤਾਂ ਨੇ ਜਾ ਕੇ ਨਮਸਕਾਰ ਕੀਤੀ। ਭਾਈ ਵਿਸੰਬਰਨਾਥ ਦੇ ਪੁੱਤਰ ਨੇ ਵੀ ਜਾ ਕੇ ਕੁਝ ਮਾਇਆ ਅਰਪਣ ਕੀਤੀ, ਕੁਝ ਵਸਤੂਆਂ ਅਰਪਣ ਕੀਤੀਆਂ ਮਹਾਰਾਜ ਜੀ ਨੂੰ। ਅੱਗੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਇੱਕ ਬੜਾ ਅਜੀਬ ਕੌਤਕ ਕਰ ਰਹੇ ਨੇ। ਇੱਕ ਹੱਥ ਦੇ ਵਿੱਚ ਤਾਂ ਬਾਜ ਫੜਿਆ ਹੋਇਆ ਮਹਾਰਾਜ ਜੀ ਦੇ, ਤੇ ਇੱਕ ਹੱਥ ਵਿੱਚ ਬਟੇਰਾ ਫੜਿਆ ਹੋਇਆ। ਉਹ ਜਿਹੜਾ ਬਟੇਰੇ ਦਾ ਮਾਸ ਹੈ ਨਾ, ਉਹ ਬਾਜ ਨੂੰ ਖਵਾ ਰਹੇ ਨੇ। ਦੇਖ ਕੇ ਭਾਈ ਵਿਸੰਬਰਨਾਥ ਹੈਰਾਨ ਹੋ ਗਿਆ। ਉਹ ਇਹਨੂੰ ਗੁਰੂ ਕਹਿੰਦੇ ਨੇ। ਮਹਾਰਾਜ ਦੇ ਹੱਥਾਂ ਦੇ ਉੱਤੇ ਖੂਨ ਚੱਲ ਰਿਹਾ ਹੈ। ਉਹ ਜਿਹੜਾ ਬਟੇਰਾ ਉਹ ਤੜਫਦਾ ਹੈ। ਬਾਜ ਉਹਦਾ ਮਾਸ ਤੋੜ ਤੋੜ ਕੇ ਲੋਚ ਲੋਚ ਕੇ ਖਾ ਰਿਹਾ ਹੈ। ਵੇਖ ਕੇ ਭਾਈ ਵਿਸੰਬਰਨਾਥ ਦੇ ਕੁਝ ਤਾਂ ਪਹਿਲੇ ਹੀ ਮਨ ਵਿੱਚ ਸ਼ੰਕਾ ਸੀ, ਕੁਝ ਹੋਰ ਪੈ ਗਈ। ਤੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸ਼ੰਕਾ ਪੈ ਜੇ ਫਿਰ ਕੁਝ ਗੁਰੂ ਤੋਂ ਪ੍ਰਾਪਤ ਨਹੀਂ ਜੇ ਹੁੰਦਾ। ਕਿਉਂ? ਕਈ ਤਾਂ ਸ਼ੰਕਾ ਹੀ ਇਕੱਠੀਆਂ ਕਰਨ ਵਾਸਤੇ ਆਉਂਦੇ ਨੇ। ਸ਼ੰਕਾ ਵੀ ਆ ਵੀ ਇੱਥੇ ਆਏ ਨਹੀਂ, ਇੱਥੇ ਆਏ ਨਹੀਂ, ਇੱਥੇ ਆਏ ਨਹੀਂ। ਮਹਾਰਾਜ ਜੀ ਕਹਿੰਦੇ ਆ ਮਨੁੱਖ, ਤੂੰ ਜਾ ਕੇ ਉਸ ਗੁਰੂ ਤੋਂ ਤਤ ਵਸਤੂ ਲੈ ਜਿਹੜੀ ਤੂੰ ਆਇਆ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਜੀ ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੋ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੋ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੋ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੋ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੋ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਜੀ ਮਨ ਵਿੱਚ ਜੋ ਪੈ ਜੇ ਸ਼ੰਕਾ। ਉਹ ਮਨ ਵਿੱਚ ਜੋ ਪੈ ਜੇ ਸ਼ੰਕਾ, 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 ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੋ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੋ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੋ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੋ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੋ ਪੈ ਜੇ ਸ਼ੰਕਾ, ਸ਼ਰਧਾ ਟੁੱਟ ਜਾਂਦੀ ਹੈ ਮਨ ਵਿੱਚ ਜੋ ਪੈ ਜੇ ਸ਼ੰਕਾ। ਰਾਮਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ ਜੀ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਪਾਇਆ ਸਹਿਜ ਸਿਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆ ਆਈਆਂ, ਸਭ ਦੁਤਾ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ, ਮੈਂ ਨਾਨਕ
ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੁਮਨ ਮੇਰੇ ਦੁਖ ਸਭ ਵਿਸਾਰਣਾ ਅੰਗੀ। ਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ ਜੋ ਤੁਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ क्या नहीं करते रहे। करता तेरा सब कुछ है जिसको को पावे, सदा सिवत सलाह तेरी नाम मन विसावे। नाम दिन का मन वसिया भागो शब्द कनेरे, नानक सचे साहिब क्या नहीं करते रहे। साचा नाम मेरा आधारो, साच नाम आधार मेरा गुण भुखा सब गवाइया। शांत सुख मन आई बसिया जिनी इच्छा सब पुजाइया। सदा कुर्बान किता गुर बिटाओ तेरी आए बड़ियाइया। नानक सुनो संतोष शब्द करो प्यारो, नाम मेरा आधारो आजे पंच शब्द जित घर सुभाग है। घर सुभाग शब्द बजे कला जित करतारिया। दूत दूत बसो कीते काल कंटक मारिया। कर्म पाया तो जिनको सेना मर के लागे। नानक दा दुख हुआ तित कार्य नाग बाजे। सुनो मटका कियो सगल मनोरथ पूरे। पार प्रेम प्रभ पावा उतरे सगुन वसूरे। रोग रोग संताप उतरे सुनी सच्ची बाणी। साजन पे सर से पूरे गुरदे विनीत कहते भगवत दत्त गुरया भरपूर। भक्त नानक गुर चरण लागे वाजे अनहद पूरे। विनीत कहते भगवत दत्त गुरया भरपूर। भक्त नानक गुर चरण लागे वाजे अनहद पूरे। वाहिगुरु जी का खालसा वाहिगुरु जी की फतेह फतेह। वाहिगुरु जी का खालसा वाहिगुरु जी की फतेह।